ਡਾਕਟਰ ਸਾਹਿਬ, ਜਿਸ ਤਰ੍ਹਾਂ ਦੇ ਨਾਲ ਮਹਿੰਗਾਈ ਵੱਧ ਰਹੀ ਹੈ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੀ ਲਗਾਤਾਰ ਵੱਧ ਰਹੀਆਂ ਨੇ, ਇਹਦਾ ਕੀ ਜਿਹੜਾ ਫਰਕ ਪਊਗਾ ਸਾਡੇ ਅਰਥਚਾਰੇ ਦੇ ਉੱਤੇ? ਕਿ ਸਾਡੇ ਤੋਂ ਘੱਟ ਕੀਮਤ ਬੰਗਲਾਦੇਸ਼ 'ਚ, ਸਾਡੇ ਤੋਂ ਤੇਲ ਦੀ ਘੱਟ ਕੀਮਤ ਨੇਪਾਲ 'ਚ ਹੈ, ਸ਼੍ਰੀਲੰਕਾ 'ਚ ਹੈ, ਸਾਡੀ ਸਾਰਿਆਂ ਤੋਂ ਜ਼ਿਆਦਾ। ਉਹ ਇਸ ਕਰਕੇ ਨਹੀਂ ਹੈ ਕਿ ਤੇਲ ਦੀ ਬਾਹਰੋਂ ਕੀਮਤ ਜਿਹੜੀ ਹੈ ਨਾ ਆਉਣ 'ਤੇ ਉਹਦੇ 'ਚ ਕੋਈ ਵਾਧਾ ਕਰਕੇ। ਜਦੋਂ ਘਟੀ ਸੀਗੀ ਉਦੋਂ ਬਹੁਤ ਜ਼ਿਆਦਾ ਘਟਾਈ ਵੀ ਨਹੀਂ ਗਈ, ਲੇਕਿਨ ਇਹਦੇ 'ਤੇ ਟੈਕਸ ਬਹੁਤ ਹੈ। ਟੈਕਸ ਘੱਟੋ ਘੱਟ ਮਤਲਬ 63-60 ਤੋਂ ਲੈ ਕੇ ਜੇ ਪੈਟਰੋਲ ਤੇ ਡੀਜ਼ਲ ਅਲੱਗ ਕਰੀਏ ਤਾਂ ਮਤਲਬ 50-55 ਰੁਪਏ ਤੋਂ ਲੈ ਕੇ 62-63 ਰੁਪਏ ਤੱਕ ਟੈਕਸ ਹੈ। ਤੇ ਇਹ ਸਾਡਾ ਹੀ ਮੁਲਕ ਆ ਜਿਹੜਾ ਜੇ 50 ਰੁਪਏ ਲੀਟਰ ਅਸੀਂ ਉਹਨੂੰ ਖਰੀਦਦੇ ਹਾਂ ਤੇਲ ਨੂੰ, ਉਹਦੇ ਤੇ 50 ਰੁਪਏ ਟੈਕਸ ਲਾ ਕੇ ਵੇਚ ਰਹੇ। ਤੇ ਪਿਛਲੀ ਜਿਹੜੀ ਸਾਡੀ GST ਦੀ ਕੌਂਸਲ ਹੈ ਉਹਦੇ 'ਚ ਵੀ ਮੁੱਦਾ ਉੱਠਿਆ ਸੀ ਤੇ ਬਹੁਤ ਸਾਰੀਆਂ ਸਟੇਟਾਂ ਨੇ ਵੀ ਉਹਨੂੰ ਮਨਾ ਕਰਿਆ। ਇਹ ਨਹੀਂ ਕਹਿ ਰਹੇ ਵੀ ਕਿਹੜੀ ਸਟੇਟ ਨੇ ਮਨਾ ਕਰਿਆ, ਤੇ ਸੈਂਟਰ ਨੇ ਵੀ ਅੱਜ ਤੱਕ ਇਹ ਘਟਾਇਆ ਨਹੀਂ ਕਿ ਟੈਕਸ ਘਟਾਇਆ ਜਾਵੇ ਇਹਦੇ 'ਤੇ, ਹੈ ਨਾ। ਇਹ ਖੁੱਲ੍ਹੀ ਛੁੱਟੀ ਦਿੱਤੀ ਵੀ ਹੈ ਕਿਉਂਕਿ ਵੈਟ ਜਿਹੜਾ ਉਹ ਸਟੇਟ ਜਿਹੜੀਆਂ ਹੈਗੀਆਂ ਲਾਉਂਦੀਆਂ, ਕਈ ਤਰ੍ਹਾਂ ਦੇ ਸੈਸ ਵੀ ਲਾਏ ਹੋਏ ਆ ਤੇਲ 'ਤੇ, ਕਿਉਂਕਿ ਤੇਲ ਇੱਕ ਐਸੀ ਚੀਜ਼ ਹੋ ਗਈ ਕਿ ਹਰੇਕ ਨੇ ਖਰੀਦਣਾ ਇਹਨੂੰ, ਤੇ ਉਹਦੇ ਤੋਂ ਬਿਨਾਂ ਉਹਦਾ ਕੰਮ ਚੱਲਦਾ ਨਹੀਂ। ਕੁਛ ਪ੍ਰੋਡਕਸ਼ਨ 'ਚ ਹੈ, ਟਰਾਂਸਪੋਰਟ 'ਚ ਹੈ, ਇਹ ਸਾਰੇ 'ਚ ਤੇਲ ਜਿਹੜਾ ਲੱਗਦਾ। ਸੋ ਜੇ GST ਦੇ 28 ਰੁਪਏ ਵੱਧ ਤੋਂ ਵੱਧ ਹੈਗਾ 28%, ਤੇ ਤੇਲ 'ਤੇ ਜਿਹੜਾ ਟੈਕਸ ਹੈਗਾ ਉਹ 100% ਤੋਂ ਜ਼ਿਆਦਾ, 100% ਤੋਂ ਜ਼ਿਆਦਾ। ਜੇ 50 ਦਾ ਹੈ ਤਾਂ 50 ਰੁਪਏ ਤੋਂ ਵੱਧ ਦਾ ਟੈਕਸ ਹੈ। ਟਵਾਣਾ ਸਾਹਿਬ, ਇਹ ਵੀ ਦੱਸ ਦਿਓ ਕਿ ਜਿਸ ਤਰ੍ਹਾਂ ਦੇ ਨਾਲ ਮਹਿੰਗਾਈ ਦੀ ਗੱਲ ਅਸੀਂ ਸ਼ੁਰੂ ਦੇ ਵਿੱਚ ਕੀਤੀ ਹੈ ਕਿ ਮਹਿੰਗਾਈ ਲਗਾਤਾਰ ਵੱਧ ਰਹੀ ਹੈ, ਜਿਸ ਤਰ੍ਹਾਂ ਪਿਆਜ਼ ਦੀਆਂ ਕੀਮਤਾਂ ਨੇ ਉਹ ਹੁਣ ਆਸਮਾਨ ਨੂੰ ਛੂਹਣ ਲੱਗ ਪਈਆਂ ਨੇ, ਟਮਾਟਰ ਮਹਿੰਗਾ ਹੋ ਰਿਹਾ ਹੈ, ਤੇਲ ਸਰੋਂ ਦਾ ਖਾਸ ਕਰ ਡਬਲ ਰੇਟ ਹੋ ਗਿਆ, 90 ਜਾਂ 80 ਰੁਪਏ ਲੀਟਰ ਮਿਲਦਾ ਸੀ, ਹੁਣ 200 ਰੁਪਏ ਲੀਟਰ ਆ। ਜਿਹੜੇ ਖੇਤੀ ਕਾਨੂੰਨ ਲਿਆਂਦੇ ਗਏ ਸੀ ਉਹਨਾਂ ਦੇ ਵਿੱਚ ਇੱਕ ਕਾਨੂੰਨ ਅਜਿਹਾ ਸੀ ਜਿਹਦੇ ਵਿੱਚ ਭੰਡਾਰੀ ਕਰਨ ਦਾ ਸੀਗਾ, ਤੁਸੀਂ ਇੰਨੀ ਲਿਮਿਟ ਤੱਕ ਭੰਡਾਰ ਕਰ ਸਕਦੇ ਹੋ ਕਿਸੇ ਚੀਜ਼ ਦਾ, ਉਹਦਾ ਵੀ ਇਹ ਪ੍ਰਭਾਵ ਹੋ ਸਕਦਾ ਹੈ। ਸਰਕਾਰ ਜਿਹੜੀ ਹੈ ਨਾ ਉਹ ਉਦੋਂ ਬੋਲੂਗੀ ਜਿਵੇਂ ਇੰਪੋਰਟ ਐਕਸਪੋਰਟ ਦੀ ਗੱਲ ਹੈ ਕਿ ਪਿਆਜ਼ ਬਾਹਰ ਭੇਜਿਆ ਜਾ ਰਿਹਾ ਜਾਂ ਤੁਸੀਂ ਪਿਆਜ਼ ਬਾਹਰੋਂ ਮੰਗਾਉਣਾ, ਇਸ ਸਿਚੁਏਸ਼ਨ ਨੂੰ ਦੇਖ ਕੇ, ਜਾਂ ਕੋਈ ਹੋਰ ਦਾਲਾਂ ਨੇ, ਹੈ ਨਾ, ਜਾਂ ਆਇਲ ਹੈ। ਪਰ ਸਰੋਂ ਦੇ ਰੂਪ 'ਚ ਤਾਂ ਇਹ ਹੋਇਆ ਕਿ ਜਿਹੜੀਆਂ ਪ੍ਰਾਈਵੇਟ ਵੱਡੀਆਂ ਫਰਮਾਂ ਨੇ, ਹੈ ਨਾ, ਕਾਰਪੋਰੇਟ ਨੇ, ਉਹਨਾਂ ਨੇ ਸਰੋਂ ਖਰੀਦੀ, ਸਰੋਂ ਖਰੀਦ ਕੇ ਸਟੋਰ ਕੀਤੀ, ਸਟੋਰ ਕਰਕੇ ਹੁਣ ਤੇਲ 100 ਤੋਂ 200 ਤੇ ਪਹੁੰਚਾਤਾ, ਹੈ ਨਾ। ਆਮ ਜਿਹੜਾ ਗਰੀਬ ਬੰਦਾ, ਜਿਹੜਾ ਦਿਹਾੜੀਦਾਰ ਆ, ਉਹ ਸਰੋਂ ਦਾ ਤੇਲ ਹੀ ਵਰਤਦਾ, ਦੇਸੀ ਘੀ ਥੋੜ੍ਹਾ ਵਰਤਦਾ, ਹੈ ਨਾ। ਸਭ ਤੋਂ ਵੱਡੀ ਕੰਜੰਪਸ਼ਨ ਉਹਨਾਂ ਦੀ ਹੈ। ਉਹ ਹੁਣ ਤੇਲ ਤੋਂ ਵੀ ਇੱਕ ਜਿਹੜੀ ਖੁਰਾਕ ਦਾ ਸਾਧਨ ਹੈ ਸਰੋਂ ਦਾ ਤੇਲ, ਉਹਦੇ ਤੋਂ ਵੀ ਗਏ। ਸੋ ਉਹਦੇ 'ਤੇ ਸਰਕਾਰ ਬੋਲ ਹੀ ਨਹੀਂ ਰਹੀ। ਜਿਹੜੀ ਫੂਡ ਇਨਫਲੇਸ਼ਨ ਹੈ ਨਾ, ਦਾਲਾਂ ਦੀ, ਜਿਹੜੀ ਆਮ ਬੰਦੇ ਦੀ ਮਤਲਬ ਦਾਲਾਂ ਹੀ ਖਾਣੀਆਂ, ਹੈ ਨਾ ਜੀ, ਉਹਨਾਂ ਦੁੱਧ ਦੀ ਕੰਜੰਪਸ਼ਨ ਵੀ ਘੱਟ ਹੈ, ਉਹਨਾਂ ਦੀ ਮੀਟ ਦੀ ਕੰਜੰਪਸ਼ਨ ਵੀ ਘੱਟ ਹੈ, ਜਾਂ ਸਰੋਂ ਦਾ ਤੇਲ ਹੈ ਜਾਂ ਦਾਲਾਂ ਨੇ, ਤੇ ਦਾਲਾਂ ਵੀ ਉਹਦੇ ਵੱਸ ਤੋਂ ਬਾਹਰ ਹੋ ਰਹੀਆਂ। ਉਹ ਇੰਨੀ ਰੇਟ ਵੱਧ ਗਿਆ, ਹੈ ਨਾ ਜੀ, ਕਿਤੇ ਤੋਂ ਕਿਤੇ 100 ਤੋਂ ਟੱਪ ਗਈਆਂ ਬਹੁਤ ਸਾਰੀਆਂ ਦਾਲਾਂ। ਤੇ ਸਰੋਂ ਦਾ ਤੇਲ ਜਿਹੜਾ ਦੇਖਦੇ 2-3 ਮਹੀਨਿਆਂ 'ਚ 100 ਤੋਂ 200 ਹੋ ਗਿਆ। ਸੋ ਬਹੁਤ ਵੱਡੀ ਮਾਰ ਹੈ ਕਿ ਆਲਰੇਡੀ ਜਿਹੜਾ ਇੱਕ ਗਰੀਬ ਬੰਦੇ ਹੈ, ਉਹਨਾਂ ਦੀ ਜੇ ਆਮਦਨੀ 100 ਹੈ ਨਾ, ਤਾਂ ਉਦੋਂ 70-80 ਰੁਪਏ ਖਾਣ ਪੀਣ 'ਤੇ ਖਰਚ ਹੁੰਦੇ ਆ, ਇੰਨਾ ਕਿ ਉਹਦੀ ਆਮਦਨ ਹੁੰਦੀ, ਅਤੇ ਉਹਦੇ ਲਈ ਤਾਂ ਉਹ ਗੁਜ਼ਾਰਾ ਵੀ ਔਖਾ, ਉਹ ਵੀ ਘਟਾ ਰਹੇ ਆ। ਸੋ ਇਸ ਲਈ ਵੱਡੀ ਮਾਰ ਜਿਹੜੀ ਹੈ, ਜਿਹੜਾ ਸੈਲਰੀਡ ਪਰਸਨ ਹੈ, ਜਿਹਦੀ ਫਿਕਸ ਇਨਕਮ ਹੈ, ਉਹਨੂੰ, ਜਿਹਨੂੰ ਕੋਈ DA ਨਹੀਂ ਮਿਲਦਾ, ਕੁਛ ਨਹੀਂ ਮਿਲਦਾ, ਉਹਦੀ ਮਾਰ ਹੈ। ਇੱਕ ਦਿਹਾੜੀਦਾਰਾਂ ਦੇ ਮਾਰ ਆ, ਜਿਨ੍ਹਾਂ ਦੀ ਦਿਹਾੜੀ ਛੇਤੀ ਨਹੀਂ ਵੱਧਦੀ, ਸਾਲ 2-2 ਸਾਲ ਦਿਹਾੜੀ ਦਾ ਰੇਟ ਉਹੀ 300, 400, 500 ਰਹਿੰਦਾ, ਉਹਨਾਂ ਨੂੰ ਵੱਡੀ ਮਾਰ। ਸਤਿ ਸ਼੍ਰੀ ਅਕਾਲ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਦਿਨੋਂ ਦਿਨ ਵੱਧਦੀ ਮਹਿੰਗਾਈ ਨੇ ਸਭ ਦਾ ਬੁਰਾ ਹਾਲ ਕਰ ਦਿੱਤਾ ਹੈ। ਖਾਸ ਕਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਚੱਲਦਿਆਂ ਲੋਕਾਂ ਦੇ ਉੱਤੇ ਜ਼ਿਆਦਾ ਬੋਝ ਪੈ ਗਿਆ ਹੈ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਅੱਜ ਅਸੀਂ ਪਹੁੰਚੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ, ਜਿੱਥੇ ਅਰਥ ਸ਼ਾਸਤਰੀ ਡਾਕਟਰ ਬਲਵਿੰਦਰ ਸਿੰਘ ਟਵਾਣਾ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਧੰਨਵਾਦ। ਡਾਕਟਰ ਸਾਹਿਬ, ਜਿਸ ਤਰ੍ਹਾਂ ਦੇ ਨਾਲ ਮਹਿੰਗਾਈ ਵੱਧ ਰਹੀ ਹੈ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੀ ਲਗਾਤਾਰ ਵੱਧ ਰਹੀਆਂ ਨੇ, ਇਹਦਾ ਕੀ ਜਿਹੜਾ ਫਰਕ ਪਊਗਾ ਸਾਡੇ ਅਰਥਚਾਰੇ ਦੇ ਉੱਤੇ? ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀਆਂ ਤੇਲ ਦੀਆਂ ਕੀਮਤਾਂ ਵੱਧਦੀਆਂ, ਅਸੀਂ ਬਹੁਤ ਸਾਰਾ ਤੇਲ ਬਾਹਰੋਂ ਲਿਆਉਂਦੇ ਹਾਂ, ਪਰ ਬਹੁਤ ਸਾਰਾ ਤੇਲ ਸਾਡੀਆਂ ਪ੍ਰਾਈਵੇਟ ਕੰਪਨੀਆਂ ਇੱਥੇ ਵੀ ਕਰਦੇ, ਜਿਵੇਂ ਰਿਲਾਇੰਸ ਦੇ ਪੰਪ ਹੈਗੇ ਆ, ਨਾ ਇੱਕ ਅੱਧੀ ਕੰਪਨੀ ਹੋਰ ਵੀ ਹੈ ਇਸ਼ਰ ਵਾਲੀ, ਅਤੇ ਉਹਨਾਂ ਨੂੰ ਵੀ ਫਾਇਦਾ ਹੁੰਦਾ। ਅਤੇ ਇਹਦੇ 'ਤੇ ਇੱਕ ਮੋਨੋਪੋਲੀ ਹੈ। ਜਿਹੜੇ ਤੇਲ ਪੈਦਾ ਕਰਨ ਵਾਲੇ ਅਤੇ ਨਿਰਯਾਤ ਕਰਨ ਵਾਲੇ ਕੰਟਰੀ, ਜਿਹਨੂੰ OPEC ਕਹਿੰਦੇ ਆ, ਉਹ ਨਿਸ਼ਚਿਤ ਕਰਕੇ ਵੀ ਕਿੰਨਾ ਤੇਲ ਪੈਦਾ ਕਰਨਾ, ਨਹੀਂ ਕਰਨਾ, ਜੇ ਰੌਲਾ ਪੈ ਜਾਏ ਤਾਂ ਤੇਲ ਦੀਆਂ ਕੀਮਤਾਂ ਘੱਟ ਜਾਂਦੀਆਂ ਨੇ, ਨਹੀਂ ਉਹ ਕਾਬੂ ਕਰਦੇ ਆ।
ਲੇਕਿਨ ਜਦੋਂ ਸਾਡੇ ਰੌਲਾ ਹੈ ਕਿ ਹਿੰਦੁਸਤਾਨ ਦੇ ਵਿੱਚ ਇਹ ਕਿਹਾ ਜਾਂਦਾ ਵਾਰ-ਵਾਰ ਕਿ ਇੰਟਰਨੈਸ਼ਨਲ ਕੀਮਤਾਂ ਦੇ ਨਾਲ ਸਾਡੀਆਂ ਕੀਮਤਾਂ ਰਿਲੇਟਡ ਨੇ, ਜਿਹੜਾ ਕਿ ਝੂਠ ਹੈ। ਝੂਠ ਇਸ ਕਰਕੇ ਹੈ ਕਿ ਸਾਡੇ ਤੋਂ ਘੱਟ ਕੀਮਤ ਬੰਗਲਾਦੇਸ਼ 'ਚ ਹੈ, ਸਾਡੇ ਤੋਂ ਤੇਲ ਦੀ ਘੱਟ ਕੀਮਤ ਨੇਪਾਲ 'ਚ ਹੈ, ਸ਼੍ਰੀਲੰਕਾ 'ਚ ਹੈ, ਸਾਡੀ ਸਾਰਿਆਂ ਤੋਂ ਜ਼ਿਆਦਾ। ਉਹ ਇਸ ਕਰਕੇ ਨਹੀਂ ਹੈ ਕਿ ਤੇਲ ਦੀ ਬਾਹਰੋਂ ਕੀਮਤ ਜਿਹੜੀ ਹੈ ਨਾ ਆਉਣ 'ਤੇ ਉਹਦੇ 'ਚ ਕੋਈ ਵਾਧਾ ਕਰਕੇ ਹੈ। ਜਦੋਂ ਉਹ ਘਟੀ ਸੀਗੀ ਉਦੋਂ ਬਹੁਤ ਜ਼ਿਆਦਾ ਘਟਾਈ ਵੀ ਨਹੀਂ ਗਈ, ਲੇਕਿਨ ਇਹਦੇ 'ਤੇ ਟੈਕਸ ਬਹੁਤ ਹੈ। ਟੈਕਸ ਘੱਟੋ ਘੱਟ ਮਤਲਬ 63-60 ਤੋਂ ਲੈ ਕੇ ਜੇ ਪੈਟਰੋਲ ਅਤੇ ਡੀਜ਼ਲ ਅਲੱਗ ਕਰੀਏ ਤਾਂ ਮਤਲਬ 50-55 ਰੁਪਈਏ ਤੋਂ ਲੈ ਕੇ 62-63 ਰੁਪਈਏ ਤੱਕ ਟੈਕਸ ਹੈ। ਅਤੇ ਇਹ ਸਾਡਾ ਹੀ ਮੁਲਕ ਆ ਜਿਹੜਾ ਜੇ 50 ਰੁਪਈਏ ਲੀਟਰ ਅਸੀਂ ਉਹਨੂੰ ਖਰੀਦਦੇ ਹਾਂ ਤੇਲ ਨੂੰ, ਉਹਦੇ 'ਤੇ 50 ਰੁਪਈਏ ਟੈਕਸ ਲਾ ਕੇ ਵੇਚ ਰਹੇ ਹਾਂ। ਅਤੇ ਪਿਛਲੀ ਜਿਹੜੀ ਸਾਡੀ GST ਦੀ ਕੌਂਸਲ ਹੈ ਉਹਦੇ 'ਚ ਵੀ ਮੁੱਦਾ ਉੱਠਿਆ ਸੀ ਅਤੇ ਬਹੁਤ ਸਾਰੀਆਂ ਸਟੇਟਾਂ ਨੇ ਵੀ ਉਹਨੂੰ ਮਨਾ ਕਰਿਆ। ਇਹ ਨਹੀਂ ਕਹਿ ਰਹੇ ਵੀ ਕਿਹੜੀ ਸਟੇਟ ਨੇ ਮਨਾ ਕਰਿਆ, ਅਤੇ ਸੈਂਟਰ ਨੇ ਵੀ ਅੱਜ ਤੱਕ ਇਹ ਘਟਾਇਆ ਨਹੀਂ ਕਿ ਟੈਕਸ ਘਟਾਇਆ ਜਾਵੇ ਇਹਦੇ 'ਤੇ, ਹੈ ਨਾ। ਇਹ ਖੁੱਲ੍ਹੀ ਛੁੱਟੀ ਦਿੱਤੀ ਵੀ ਹੈ ਕਿਉਂਕਿ ਵੈਟ ਜਿਹੜਾ ਉਹ ਸਟੇਟ ਜਿਹੜੀਆਂ ਹੈਗੀਆਂ ਲਾਉਂਦੀਆਂ, ਕਈ ਤਰ੍ਹਾਂ ਦੇ ਸੈਸ ਵੀ ਲਾਏ ਹੋਏ ਆ ਤੇਲ 'ਤੇ, ਕਿਉਂਕਿ ਤੇਲ ਇੱਕ ਐਸੀ ਚੀਜ਼ ਹੋ ਗਈ ਕਿ ਹਰੇਕ ਨੇ ਖਰੀਦਣਾ ਇਹਨੂੰ, ਅਤੇ ਉਹਦੇ ਤੋਂ ਬਿਨਾਂ ਉਹਦਾ ਕੰਮ ਚੱਲਦਾ ਨਹੀਂ। ਕੁਛ ਪ੍ਰੋਡਕਸ਼ਨ 'ਚ ਹੈ, ਟਰਾਂਸਪੋਰਟ 'ਚ ਹੈ, ਇਹ ਸਾਰੇ 'ਚ ਤੇਲ ਜਿਹੜਾ ਲੱਗਦਾ। ਸੋ ਜੇ GST ਦੇ 28 ਰੁਪਈਏ ਵੱਧ ਤੋਂ ਵੱਧ ਹੈਗਾ 28%, ਅਤੇ ਤੇਲ 'ਤੇ ਜਿਹੜਾ ਟੈਕਸ ਹੈਗਾ ਉਹ 100% ਤੋਂ ਜ਼ਿਆਦਾ, 100% ਤੋਂ ਜ਼ਿਆਦਾ। ਜੇ 50 ਦਾ ਹੈ ਤਾਂ 50 ਰੁਪਈਏ ਤੋਂ ਵੱਧ ਦਾ ਟੈਕਸ ਹੈ। ਸੋ ਇਸ ਲਈ ਜੇ 28% ਦਾ ਬਹੁਤ ਜ਼ਿਆਦਾ ਫਰਕ ਪੈ ਜਾਂਦਾ, ਘੱਟੋ ਘੱਟ 35-40 ਰੁਪਈਏ ਲੀਟਰ ਸਸਤਾ ਹੋ ਸਕਦਾ। ਲੇਕਿਨ ਇਹਦੇ 'ਚ ਹਰ ਰੋਜ਼ ਕਰੋੜਾਂ ਦੇ ਮਤਲਬ ਕਈ 100 ਕਰੋੜ ਰੁਪਏ ਦੀ ਇਨਕਮ, ਅਤੇ ਜੇ ਲਾ ਲਓ ਸਾਰੇ ਹਿੰਦੁਸਤਾਨ ਤਾਂ ਹਜ਼ਾਰਾਂ ਕਰੋੜਾਂ ਦੀ ਇਨਕਮ, ਲੋਕਾਂ ਦੀ ਜੇਬ 'ਚੋਂ ਪੈਸਾ ਸਰਕਾਰਾਂ ਦੀ ਜੇਬ 'ਚ ਜਾਂਦਾ। ਇਹ ਹੈ, ਅਤੇ ਇਹ ਸਰਕਾਰ ਨੂੰ ਵੀ ਪਤਾ ਕਿ ਮਹਿੰਗਾਈ ਹੋ ਰਹੀ ਹੈ। ਮਹਿੰਗਾਈ 20 ਸਾਲ ਦੇ ਰਿਕਾਰਡ ਨੂੰ ਤੋੜ ਕੇ 5% ਤੋਂ ਉੱਤੇ USA 'ਚ ਵੀ ਹੈ, ਉੱਥੇ ਵੀ ਇੱਕ ਇਸ਼ੂ ਬਣਿਆ ਵਾ ਕਿ 5% ਕ੍ਰਾਸ ਕਰ ਗਈ 20 ਸਾਲ ਦੀ ਜਿਹੜੀ ਹੈ, ਉਸ ਸਮੇਂ ਦੌਰਾਨ ਇਹ ਕਦੇ ਨਹੀਂ ਕ੍ਰਾਸ ਕਰੀ। ਅਤੇ ਸਾਡੇ ਵੀ ਜਿਹੜੀ ਮਹਿੰਗਾਈ ਹੈਗੀ ਹੈ ਉਹ ਲਗਾਤਾਰ ਵੱਧ ਰਹੀ ਹੈ, ਅਤੇ ਸਾਡਾ ਗਰੋਥ ਰੇਟ ਘਟ ਰਿਹਾ। ਜਿਹੜਾ IMF ਨੇ ਵੀ ਦਿੱਤਾ, ਹੋਰਾਂ ਨੇ ਵੀ ਦਿੱਤਾ, ਉਹ ਤਾਂ ਹੁਣ 8% ਹੀ ਲਾ ਰਿਹਾ। ਪਹਿਲਾਂ ਅਸੀਂ 10% ਕਹਿੰਦੇ ਸੀਗੇ, ਉਹਦੇ 'ਚ ਵੀ ਕਈ ਕੁਛ ਦੱਸਣ ਵਾਲਾ। ਲੇਕਿਨ ਉਹਦੇ ਬਾਵਜੂਦ ਮਹਿੰਗਾਈ ਜਿਹੜੀ ਹੈ ਉਹ ਵੀ ਐਸੈਂਸ਼ੀਅਲ ਕਮੋਡਿਟੀਜ਼ ਦੀ, ਕਿ ਦਾਲਾਂ ਮਹਿੰਗੀਆਂ ਹੋ ਰਹੀਆਂ, ਤੁਸੀਂ ਸਰੋਂ ਦਾ ਤੇਲ ਲੈ ਲਓ ਉਹ ਮਹਿੰਗਾ ਹੋ ਰਿਹਾ, ਤੁਸੀਂ ਹੁਣ ਪਿਆਜ਼ ਹੈ ਨਾ, ਜਿਹੜਾ ਅਸੀਂ ਐਕਟ ਕਿਸਾਨਾਂ ਦੀ ਗੱਲ ਕਰਦੇ ਹਾਂ, ਅਤੇ ਕਿਸਾਨਾਂ ਨੂੰ ਤਾਂ ਤੁਸੀਂ 2% ਹੀ ਵਾਧਾ ਦਿੱਤਾ ਨਾ MSP 'ਚ। ਕਣਕ ਦੀ ਜਿਹੜੀ ਕੀਮਤ 1975 ਤੋਂ ਵਧਾ ਕੇ 40 ਰੁਪਈਏ ਹੈ ਜੀ, ਉਹ 2% ਦਾ ਵਾਧਾ, ਅਤੇ ਕੀਮਤਾਂ ਵੱਧ ਰਹੀਆਂ 6-6, 7-7%। ਜਿਹੜਾ ਮੁਲਾਜ਼ਮਾਂ ਨੂੰ DA ਦਿੱਤਾ ਉਹ 6% ਹੈ ਨਾ, ਅਤੇ ਇਹਦਾ ਮਤਲਬ ਉਹਨਾਂ ਨੂੰ ਨੈਟ ਲਾਸ ਹੈ। ਜੇ ਉਹ ਪਹਿਲਾਂ 100 ਰੁਪਈਆ ਦੋਵਾਂ ਦੀ ਇਨਕਮ ਸੀਗੀ ਤਾਂ ਜਿਹੜਾ ਮੁਲਾਜ਼ਮ ਆ ਉਹਨੂੰ ਤਾਂ 106 ਰੁਪਈਏ ਮਿਲ ਗਏ, ਜਿਹੜਾ ਕਿਸਾਨ ਆ ਉਹਨੂੰ 102 ਰੁਪਈਆ ਮਿਲਿਆ, ਉਹਨੂੰ ਤਾਂ 4 ਰੁਪਈਏ ਘੱਟ ਆ ਇਸ ਵੇਲੇ। ਅਤੇ ਜਿਹੜਾ ਆਮ ਬੰਦਾ ਦਿਹਾੜੀਦਾਰ ਹੈ, ਗਰੀਬ ਹੈ, ਉਹਦੇ 'ਤੇ ਬਹੁਤ ਵੱਡੀ ਮਾਰ ਹੈ ਮਹਿੰਗਾਈ ਦੀ, ਹੈ ਨਾ। ਇਹ ਇਕੱਲੀ ਤੇਲ ਦੀ ਨਹੀਂ, ਗੈਸ ਸਿਲੰਡਰ ਮਹਿੰਗਾ ਹੋਇਆ, 500 ਤੋਂ 1000 'ਤੇ ਪਹੁੰਚ ਗਿਆ। CNG ਵੀ ਮਹਿੰਗੀ ਹੋ ਗਈ ਹੁਣ, ਹੈ ਨਾ, ਕੱਲ੍ਹ ਦੀ। ਮਤਲਬ ਟਰਾਂਸਪੋਰਟ ਦਾ ਅਤੇ ਪ੍ਰੋਡਕਸ਼ਨ ਦੇ ਵਿੱਚ ਵਰਤਿਆ ਜਾਣ ਵਾਲਾ ਇਹ ਜਿਹੜਾ ਸਾਰਾ ਕੁਛ ਹੈ ਉਹ ਸਾਰਾ ਹੀ ਮਹਿੰਗਾ ਹੋ ਗਿਆ। ਅਤੇ ਕੋਸਟ ਆਫ ਪ੍ਰੋਡਕਸ਼ਨ ਦਾ ਜਿੰਨਾ ਤੇਲ ਵੱਧ ਰਿਹਾ, ਉਹ ਤਾਂ ਜਿਹੜੀ ਝੋਨੇ ਦੀ ਕਟਾਈ ਹੋ ਰਹੀ ਹੈ ਹੁਣ, ਹੈ ਨਾ ਜੀ, ਪੰਜਾਬ 'ਚ, ਅਤੇ ਜਿਹੜੀ ਉਹਦੀ ਟਰਾਂਸਪੋਰਟ ਕੋਸਟ ਆ ਉਹੀ ਇੰਨੀ ਮਹਿੰਗੀ ਹੋ ਜਾਣੀ, 40 ਰੁਪਈਏ ਤਾਂ ਉੱਥੇ ਹੀ ਪੂਰੇ ਹੋ ਜਾਣੇ ਆ। ਅੱਛਾ ਡਾਕਟਰ ਸਾਹਿਬ, ਜਿਸ ਤਰ੍ਹਾਂ ਦੇ ਨਾਲ ਤੁਸੀਂ GST ਦੀ ਗੱਲ ਕੀਤੀ ਹੈ, ਕੀ ਪੈਟਰੋਲੀਅਮ ਜਿਹੜੀਆਂ ਵਸਤਾਂ ਨੇ ਉਹਨਾਂ ਨੂੰ GST ਦੇ ਦਾਇਰੇ ਦੇ ਵਿੱਚ ਨਹੀਂ ਲਿਆਂਦਾ ਜਾ ਸਕਦਾ? ਲਿਆਂਦਾ ਜਾ ਸਕਦਾ। ਇਹ ਮੁੱਦਾ ਆਇਆ ਸੀਗਾ, ਏਜੰਡੇ 'ਤੇ ਸੀਗਾ, ਹਾਂਜੀ। ਅਤੇ ਹੁਣ ਮਤਲਬ ਇਸੇ ਸੰਦਰਭ 'ਚ ਹੀ ਉੱਠ ਰਿਹਾ ਨਾ ਕਿ ਕਿਸਾਨ ਵੀ ਹੈ, ਜੇ ਤੁਸੀਂ ਜੀਰੀ ਦੀ ਕੀਮਤ 40 ਰੁਪਈਏ ਵਧਾ ਰਹੇ ਹੋ, ਅਤੇ ਜਿਹੜੀ ਤੁਸੀਂ ਇਹ ਕਰ ਰਹੇ ਹੋ ਕਿ ਇਹਦੀ ਕੋਸਟ ਨੂੰ ਜੇ ਤੁਸੀਂ ਘਟਾਉਣਾ ਹੈ ਨਾ ਜੀ, ਕੋਸਟ ਆਫ ਪ੍ਰੋਡਕਸ਼ਨ ਜੇ ਖੇਤੀ 'ਚ ਘਟਾਉਣੀ ਆ ਤਾਂ ਤੁਸੀਂ ਟੈਕਸ ਕੱਟ ਕਰੋਗੇ। ਟੈਕਸ ਕੱਟ ਕਰਨ ਲਈ GST ਕਿ ਮੁੱਦਾ ਕਿ ਠੀਕ ਹੈ, ਉਹਦੇ 'ਚ 5, 18, 28 ਦੇ 3 ਰੇਟ ਹੈਗੇ ਆ, ਅਤੇ ਤੁਸੀਂ ਉਹ 3 ਰੇਟ ਜਿਹੜੇ ਆ ਉਹਨਾਂ 'ਚੋਂ ਇੱਕ ਰੇਟ ਫਿਕਸ ਕਰੋਗੇ ਤਾਂ 100% ਤੋਂ ਥੱਲੇ ਦਾ ਆਏਗਾ। ਇਹ ਮੁੱਦਾ ਸੀ, ਲੇਕਿਨ ਇਹ ਕਿਹਾ ਜਾਂਦਾ ਸੈਂਟਰ ਵੀ ਨਹੀਂ ਚਾਹੁੰਦਾ, ਬਹੁਤ ਸਾਰੀਆਂ ਸਟੇਟ ਦੀਆਂ ਸਰਕਾਰਾਂ ਵੀ ਨਹੀਂ ਚਾਹੁੰਦੀਆਂ ਕਿ ਇਹਨੂੰ, ਕਿਉਂਕਿ ਇਹ ਬਹੁਤ ਵੱਡਾ ਇਨਕਮ ਦਾ ਸਾਧਨ ਹੈ। ਇਹਦੇ 'ਤੇ ਤੁਸੀਂ ਕੋਈ ਸਰਕਾਰ ਦੱਸਦੀ ਹੈ ਸਾਨੂੰ ਕਿੰਨਾ ਤੇਲ ਤੋਂ ਇਨਕਮ ਹੈ
है ना, पंजाब सरकार भी नहीं दस रही, केंद्र सरकार भी नहीं दस रही, लेकिन आम बंदियां ते आम लोगों ते मिडल क्लास ते गरीबां ते ये बहुत बड़ा जिहड़ा ਉਹ ਬੋਝ ਹੈਗਾ ਕਾਸਟ ਦੇ ਪ੍ਰਾਈਸਿਸ ਦੇ ਵਧਣ ਕਰਕੇ। ਟਿਕਟਾਂ ਵੀ ਮਹਿੰਗੀਆਂ ਹੋਣਗੀਆਂ, ਬੱਸਾਂ ਦੀਆਂ ਟਿਕਟਾਂ ਵੀ ਮਹਿੰਗੀਆਂ ਹੋਣਗੀਆਂ, ਰੇਲਵੇ ਦੀਆਂ ਟਿਕਟਾਂ ਵੀ। ਤੁਸੀਂ ਫਿਰ ਕੱਲ੍ਹ ਨੂੰ ਇਹ ਕਹੋਗੇ ਤੇਲ ਮਹਿੰਗਾ ਹੋ ਗਿਆ। ਤੇ ਨਿਕਲਿਆ ਇਹੀ ਹੈ ਕਿ ਪਹਿਲਾਂ ਜਿਹੜਾ ਕੰਟਰੋਲਡ ਸਿਸਟਮ ਸੀਗਾ, ਮਨਮੋਹਨ ਸਿੰਘ ਦੀ ਸਰਕਾਰ ਵੇਲੇ ਪੈਟਰੋਲੀਅਮ ਨੂੰ ਕੰਟਰੋਲ ਤੋਂ ਬਾਹਰ ਕਰਤਾ, ਮੋਦੀ ਸਾਹਿਬ ਨੇ ਆ ਕੇ ਮੋਦੀ ਗਵਰਨਮੈਂਟ ਨੇ ਡੀਜ਼ਲ ਵੀ ਕਰਤਾ। ਤੇ ਡੀਜ਼ਲ ਇਸ ਕਰਕੇ ਨਹੀਂ ਸੀ ਕੀਤਾ ਜਾ ਰਿਹਾ ਕਿ ਖੇਤੀ 'ਚ ਬਹੁਤ ਵੱਡੀ ਕੰਜੰਪਸ਼ਨ ਹੈ, ਹੁਣ ਉਹ ਵੀ ਹਟਾਤਾ। ਇਸ ਲਈ ਖੁੱਲੀ ਛੁੱਟੀ ਆ ਹੁਣ, ਹੈ ਜੀ, ਕੰਪਨੀਆਂ ਦੀ ਖੁੱਲੀ ਛੁੱਟੀ ਆ। 7ਵਾਂ ਕਿ 8ਵਾਂ ਦਿਨ ਹੋ ਗਿਆ, ਰੋਜ਼ ਵੱਧ ਰਿਹਾ 25 ਪੈਸੇ 35 ਪੈਸੇ ਹੋਰ, ਤੇ ਕੋਈ ਨਹੀਂ ਦੱਸ ਸਕਦਾ ਐਂਡ ਕਿੱਥੇ ਹੈ। ਤੇ ਇਹ ਤਾਂ ਵੱਧ ਰਿਹਾ, ਜਿਹੜੀ ਕੀਮਤ ਵੱਧ ਰਹੀ ਹੈ ਉਹਦੇ ਨਾਲ ਜਿਹੜਾ ਟੈਕਸ ਵੱਧ ਰਿਹਾ, ਹੈ ਜੀ, ਉਹ ਉਨਾ ਹੀ ਟੈਕਸ ਵੱਧ ਜਾਂਦਾ ਜਿੰਨੀ ਕੀਮਤ ਵੱਧਦੀ ਹੈ। ਸੋ ਇੱਕ ਬਹੁਤ ਵੱਡੀ ਲੁੱਟ ਹੈਗੀ ਆ ਲੋਕਾਂ ਦੀ। ਤੇ ਮਤਲਬ ਮੋਦੀ ਸਰਕਾਰ ਦੀ ਟਾਈਮ 'ਚ ਹੀ 50-52 ਰੁਪਏ ਲੀਟਰ ਤੋਂ ਲੈ ਕੇ ਤੇਲ 100 ਰੁਪਇਆ ਕ੍ਰਾਸ ਕਰ ਗਿਆ, ਸੈਂਚਰੀ ਲਾ ਗਿਆ, ਹਾਂਜੀ, ਸੈਂਚਰੀ ਮਾਰ ਗਿਆ। ਬਿਲਕੁਲ। ਇੱਕ ਟਵਾਣਾ ਸਾਹਿਬ ਇਹ ਵੀ ਦੱਸ ਦਿਓ ਕਿ ਜਿਸ ਤਰ੍ਹਾਂ ਦੇ ਨਾਲ ਮਹਿੰਗਾਈ ਦੀ ਗੱਲ ਅਸੀਂ ਸ਼ੁਰੂ ਦੇ ਵਿੱਚ ਕੀਤੀ ਹੈ ਕਿ ਮਹਿੰਗਾਈ ਲਗਾਤਾਰ ਵੱਧ ਰਹੀ ਹੈ, ਜਿਸ ਤਰ੍ਹਾਂ ਪਿਆਜ਼ ਦੀਆਂ ਕੀਮਤਾਂ ਨੇ ਉਹ ਹੁਣ ਆਸਮਾਨ ਨੂੰ ਛੂਹਣ ਲੱਗ ਪਈਆਂ ਨੇ, ਟਮਾਟਰ ਮਹਿੰਗਾ ਹੋ ਰਿਹਾ ਹੈ, ਤੇਲ ਸਰੋਂ ਦਾ ਖਾਸ ਕਰ ਡਬਲ ਰੇਟ ਹੋ ਗਿਆ, 90 ਜਾਂ 80 ਰੁਪਏ ਲੀਟਰ ਮਿਲਦਾ ਸੀ, ਹੁਣ 200 ਰੁਪਏ ਲੀਟਰ ਆ। ਜਿਹੜੇ ਖੇਤੀ ਕਾਨੂੰਨ ਲਿਆਂਦੇ ਗਏ ਸੀ ਉਹਨਾਂ ਦੇ ਵਿੱਚੋਂ ਇੱਕ ਕਾਨੂੰਨ ਅਜਿਹਾ ਸੀ ਜਿਹਦੇ ਵਿੱਚ ਭੰਡਾਰੀ ਕਰਨ ਦਾ ਸੀਗਾ, ਤੁਸੀਂ ਇੰਨੀ ਲਿਮਿਟ ਤੱਕ ਭੰਡਾਰ ਕਰ ਸਕਦੇ ਹੋ ਕਿਸੇ ਚੀਜ਼ ਦਾ, ਉਹਦਾ ਵੀ ਇਹ ਪ੍ਰਭਾਵ ਹੋ ਸਕਦਾ ਹੈ। ਦੇਖੋ ਹੁਣ ਪਿਛਲੇ ਸਮੇਂ 'ਚ ਪਿਆਜ਼ ਟਮਾਟਰ ਤਾਂ ਚਲੋ ਸਟੋਰ ਨਹੀਂ ਹੋ ਸਕਦਾ, ਹੈ ਜੀ, ਉਹ ਤਾਂ ਤੁਹਾਨੂੰ ਵੇਚਣਾ ਪੈਂਦਾ। ਪਰ ਉਹਦਾ ਹੈਗਾ ਕਿ ਜਦੋਂ ਉਹਦੀ ਪ੍ਰੋਡਕਸ਼ਨ ਘਟਦੀ ਹੈ, ਮੰਗ ਦੀ ਤੇ ਡਿਮਾਂਡ ਦੀ ਰੌਲਾ ਹੈਗਾ, ਲੇਕਿਨ ਕੁਛ ਕੋਲਡ ਸਟੋਰ ਉਹਨੂੰ 1-2 ਦਿਨ ਰੱਖ ਸਕਦਾ, ਵੱਧ ਨਹੀਂ। ਲੇਕਿਨ ਜਿਹੜਾ ਪਿਆਜ਼ ਹੈਗਾ, ਪਿਆਜ਼ ਤਾਂ 20 ਰੁਪਏ 15 ਰੁਪਏ 20 ਰੁਪਏ ਤੋਂ 50 ਰੁਪਏ ਕ੍ਰਾਸ ਕਰ ਗਿਆ। ਤੇ ਉਹਦੀ ਸਪਲਾਈ ਤਾਂ ਹੋ ਰਹੀ ਹੈ ਨਾ, ਤੁਸੀਂ 50 ਰੁਪਏ ਦੇ ਜਿੰਨਾ ਮਰਜ਼ੀ ਖਰੀਦ ਲਓ। ਇਸ ਲਈ ਜਿਹੜਾ ਉਹਦਾ ਭੰਡਾਰਨ ਹੈ, ਜਿਹੜਾ ਪਹਿਲਾਂ ਜਿਹੜੀਆਂ ਛਾਪੇ ਪੈਂਦੇ ਸੀਗੇ ਉਹ ਹੁਣ ਵੀ ਮਾਰੇ ਜਾ ਸਕਦੇ ਆ, ਕਿਉਂਕਿ ਹਾਲੇ ਤਿੰਨੇ ਕਾਨੂੰਨ ਸਟੇ 'ਤੇ ਹੈਗੇ ਆ, ਕਰੇ ਵੀ ਆ, ਲੇਕਿਨ ਅਸੀਂ ਹੁਣੇ ਹੀ ਨਹੀਂ ਉਹਨਾਂ ਨੂੰ ਕੰਟਰੋਲ ਕਰ ਸਕਦੇ। ਤੇ ਉਹਦੇ 'ਚ ਤਾਂ ਪ੍ਰੋਵੀਜ਼ਨ ਇਹ ਹੈ ਕਿ ਜੇ ਕੀਮਤਾਂ ਪਿਛਲੇ 1 ਸਾਲ ਦੀ ਐਵਰੇਜ ਕੱਢ ਕੇ ਦੁੱਗਣੇ ਤੋਂ ਜ਼ਿਆਦਾ ਵੱਧ ਜਾਣ ਫਿਰ ਸਰਕਾਰ ਇੰਟਰਵੀਨ ਕਰੂਗੀ। ਤੇ ਜੇ ਹੁਣ 20 ਤੋਂ 40 ਤਾਂ ਤੁਸੀਂ ਆਪ ਹੀ ਕਹਿਤਾ ਵੀ ਹਾਂ ਜੀ ਪਿਆਜ਼ ਦੀ ਕੀਮਤ ਐਵਰੇਜ 20 ਸੀਗੀ, 40 ਤਾਂ ਜਿਵੇਂ ਮਰਜ਼ੀ ਲਈ ਜਾਓ, ਤੇ 40 ਤੋਂ 50 ਤੇ ਆ ਕੇ ਇੰਟਰਵੀਨ ਕਰਾਂਗੇ, ਉੱਥੇ ਵੀ ਹੁਣ ਇੰਟਰਵੈਂਸ਼ਨ ਨਹੀਂ ਹੈ। ਸੋ ਇਸ ਲਈ ਸਰਕਾਰ ਜਿਹੜੀ ਹੈ ਨਾ ਉਹ ਉਦੋਂ ਬੋਲੂਗੀ ਜਿਵੇਂ ਇੰਪੋਰਟ ਐਕਸਪੋਰਟ ਦੀ ਗੱਲ ਹੈ ਕਿ ਪਿਆਜ਼ ਬਾਹਰ ਭੇਜਿਆ ਜਾ ਰਿਹਾ ਜਾਂ ਤੁਸੀਂ ਪਿਆਜ਼ ਬਾਹਰੋਂ ਮੰਗਾਉਣਾ, ਇਸ ਸਿਚੁਏਸ਼ਨ ਨੂੰ ਦੇਖ ਕੇ, ਜਾਂ ਕੋਈ ਹੋਰ ਦਾਲਾਂ ਨੇ, ਹੈ ਨਾ, ਜਾਂ ਆਇਲ ਹੈ। ਪਰ ਸਰੋਂ ਦੇ ਰੂਪ 'ਚ ਤਾਂ ਇਹ ਹੋਇਆ ਕਿ ਜਿਹੜੀਆਂ ਪ੍ਰਾਈਵੇਟ ਵੱਡੀਆਂ ਫਰਮਾਂ ਨੇ, ਹੈ ਨਾ, ਕਾਰਪੋਰੇਟ ਨੇ, ਉਹਨਾਂ ਨੇ ਸਰੋਂ ਖਰੀਦੀ, ਸਰੋਂ ਖਰੀਦ ਕੇ ਸਟੋਰ ਕੀਤੀ, ਸਟੋਰ ਕਰਕੇ ਹੁਣ ਤੇਲ 100 ਤੋਂ 200 ਤੇ ਪਹੁੰਚਾਤਾ, ਹੈ ਨਾ। ਆਮ ਜਿਹੜਾ ਗਰੀਬ ਬੰਦਾ, ਜਿਹੜਾ ਦਿਹਾੜੀਦਾਰ ਹੈ, ਉਹ ਸਰੋਂ ਦਾ ਤੇਲ ਹੀ ਵਰਤਦਾ, ਦੇਸੀ ਘੀ ਥੋੜ੍ਹਾ ਵਰਤਦਾ, ਹੈ ਨਾ। ਸਭ ਤੋਂ ਵੱਡੀ ਕੰਜੰਪਸ਼ਨ ਉਹਨਾਂ ਦੀ ਹੈ। ਉਹ ਹੁਣ ਤੇਲ ਤੋਂ ਵੀ ਇੱਕ ਜਿਹੜੀ ਖੁਰਾਕ ਦਾ ਸਾਧਨ ਹੈ ਸਰੋਂ ਦਾ ਤੇਲ, ਉਹਦੇ ਤੋਂ ਵੀ ਗਏ। ਸੋ ਉਹਦੇ 'ਤੇ ਸਰਕਾਰ ਬੋਲ ਹੀ ਨਹੀਂ ਰਹੀ। ਜਿਹੜੀ ਫੂਡ ਇਨਫਲੇਸ਼ਨ ਹੈ ਨਾ, ਦਾਲਾਂ ਦੀ, ਜਿਹੜੀ ਆਮ ਬੰਦੇ ਦੀ ਮਤਲਬ ਦਾਲਾਂ ਹੀ ਖਾਣੀਆਂ, ਹੈ ਨਾ ਜੀ, ਉਹਨਾਂ ਦੁੱਧ ਦੀ ਕੰਜੰਪਸ਼ਨ ਵੀ ਘੱਟ ਹੈ, ਉਹਨਾਂ ਦੀ ਮੀਟ ਦੀ ਕੰਜੰਪਸ਼ਨ ਵੀ ਘੱਟ ਹੈ, ਜਾਂ ਸਰੋਂ ਦਾ ਤੇਲ ਹੈ ਜਾਂ ਦਾਲਾਂ ਨੇ, ਤੇ ਦਾਲਾਂ ਵੀ ਉਹਦੇ ਵੱਸ ਤੋਂ ਬਾਹਰ ਹੋ ਰਹੀਆਂ। ਉਹ ਇੰਨੀ ਰੇਟ ਵੱਧ ਗਿਆ, ਹੈ ਨਾ ਜੀ, ਕਿਤੇ ਤੋਂ ਕਿਤੇ 100 ਤੋਂ ਟੱਪ ਗਈਆਂ ਬਹੁਤ ਸਾਰੀਆਂ ਦਾਲਾਂ। ਤੇ ਸਰੋਂ ਦਾ ਤੇਲ ਜਿਹੜਾ ਦੇਖਦੇ 2-3 ਮਹੀਨਿਆਂ 'ਚ 100 ਤੋਂ 200 ਹੋ ਗਿਆ। ਸੋ ਬਹੁਤ ਵੱਡੀ ਮਾਰ ਹੈ ਕਿ ਆਲਰੇਡੀ ਜਿਹੜਾ ਇੱਕ ਗਰੀਬ ਬੰਦੇ ਹੈ, ਉਹਨਾਂ ਦੀ ਜੇ ਆਮਦਨੀ 100 ਹੈ ਨਾ, ਤਾਂ ਉਦੋਂ 70-80 ਰੁਪਏ ਖਾਣ ਪੀਣ 'ਤੇ ਖਰਚ ਹੁੰਦੇ ਆ, ਇੰਨਾ ਕਿ ਉਹਦੀ ਆਮਦਨ ਹੁੰਦੀ। ਅਤੇ ਉਹਦੇ ਲਈ ਤਾਂ ਉਹ ਗੁਜ਼ਾਰਾ ਵੀ ਔਖਾ, ਉਹ ਵੀ ਘਟਾ ਰਹੇ ਹੈ। ਸੋ ਇਸ ਲਈ ਵੱਡੀ ਮਾਰ ਜਿਹੜੀ ਹੈ, ਜਿਹੜਾ ਸੈਲਰੀਡ ਪਰਸਨ ਹੈ, ਜਿਹਦੀ ਫਿਕਸ ਇਨਕਮ ਹੈ, ਉਹਨੂੰ, ਜਿਹਨੂੰ ਕੋਈ ਡੀਏ ਨਹੀਂ ਮਿਲਦਾ, ਕੁਛ ਨਹੀਂ ਮਿਲਦਾ, ਉਹਦੀ ਮਾਰ ਹੈ। ਇੱਕ ਦਿਹਾੜੀਦਾਰਾਂ ਦੇ ਮਾਰ ਆ, ਜਿਨ੍ਹਾਂ ਦੀ ਦਿਹਾੜੀ ਛੇਤੀ ਨਹੀਂ ਵੱਧਦੀ, ਸਾਲ 2-2 ਸਾਲ ਦਿਹਾੜੀ ਦਾ ਰੇਟ ਉਹੀ 300 400 500 ਰਹਿੰਦਾ, ਉਹਨਾਂ ਨੂੰ ਵੱਡੀ ਮਾਰ। ਜੀ, ਮਿਹਰਬਾਨੀ ਟਵਾਣਾ ਸਾਹਿਬ, ਤੁਸੀਂ ਸਾਡੇ ਨਾਲ ਜੁੜੇ ਅਤੇ ਵੱਖ-ਵੱਖ ਮੁੱਦਿਆਂ 'ਤੇ ਉੱਤੇ ਗੱਲਬਾਤ ਕੀਤੀ ਕਿ ਕਿਸ ਤਰ੍ਹਾਂ ਦੇ ਨਾਲ ਸਾਡੇ ਦੇਸ਼ ਦੇ ਵਿੱਚ ਮਹਿੰਗਾਈ ਵੱਧ ਰਹੀ ਹੈ ਤਾਂ ਉਹਦਾ ਸਾਡੇ ਲੋਕਾਂ ਦੇ ਉੱਤੇ ਕੀ ਪ੍ਰਭਾਵ ਪੈ ਰਿਹਾ ਹੈ, ਅਤੇ ਕਿਸ ਤਰ੍ਹਾਂ ਦੇ ਨਾਲ ਜਿਹੜਾ GST ਦੇ ਦਾਇਰੇ ਤੋਂ ਬਾਹਰ ਰੱਖੀਆਂ ਹੋਈਆਂ ਚੀਜ਼ਾਂ ਦਾ ਕਿੰਨਾ ਕੁ ਇਫੈਕਟ ਪੈਂਦਾ, ਖਾਸ ਕਰ ਪੈਟਰੋਲ ਅਤੇ ਡੀਜ਼ਲ ਦਾ। ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ। ਸ਼ੁਕਰੀਆ ਜੀ, ਧੰਨਵਾਦ। ਇਹ ਸਨ ਸਾਡੇ ਨਾਲ ਡਾਕਟਰ ਬਲਵਿੰਦਰ ਸਿੰਘ ਟਵਾਣਾ, ਜਿਨ੍ਹਾਂ ਨੇ ਕਾਫੀ ਕੁਝ ਸਾਫ਼ ਕਰ ਦਿੱਤਾ ਹੈ ਕਿ ਅਰਥਚਾਰਾ ਸਾਡਾ ਕਿਸ ਦਿਸ਼ਾ ਵੱਲ ਜਾ ਰਿਹਾ ਹੈ, ਭਾਰਤ ਦਾ ਖਾਸ ਕਰ ਅਤੇ ਪੰਜਾਬ ਦਾ ਖਾਸ ਕਰ। ਸੋ ਇਸੇ ਤਰ੍ਹਾਂ ਹੋਰ ਸ਼ਖਸੀਅਤ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ। T5 ਚੈਨਲ ਪੰਜਾਬੀ।
ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।